ਅਮ੍ਰਿਤਾ ਪ੍ਰੀਤਮ ਦੀ ਸਾਹਿਤਿਕ ਸਵੈ ਜੀਵਨੀ ਦਾ ਅਗਲਾ ਅੰਗ ਹੈ। ਇੱਕ ਕਾਸਦ, ਇੱਕ ਰਹਿਨੁਮਾ। ਰਵਾਇਤੀ ਹੱਦਾਂ 'ਚ ਰਹਿ ਕੇ ਛੋਟੀਆਂ ਖੂਬਸੂਰਤੀਆਂ ਨੂੰ ਪਛਾਣ ਸਕਣਾ ਅਤੇ ਸਲਾਹ ਸਕਣਾ ਸੌਖਾ ਹੁੰਦਾ ਹੈ, ਪਰ ਅਣ-ਰਿਵਾਇਤੀ ਅਤੇ ਵੱਡੀਆਂ ਖੂਬਸੂਰਤੀਆਂ ਦੀ ਪਛਾਣ ਵਾਸਤੇ ਬੜਾ ਵਕਤ ਚਾਹੀਦਾ ਹੈ। ਵਾਲਟ ਵਿਟਮੈਨ ਨੇ ਜਦੋਂ ਘਾਹ ਦੀਆਂ ਪੱਤੀਆਂ ਲਿਖੀਆਂ, ਉਹਨਾਂ 'ਚ ਅੱਖ ਚੁੰਧਿਆਵੀਂ ਮੌਲਿਕਤਾ ਸੀ। ਸਮਕਾਲੀ ਆਲੋਚਕਾਂ ਨੇ ਮੱਥੇ 'ਤੇ ਤਿਉੜੀ ਪਾ ਕੇ ਇਸ ਕਿਰਤ ਨੂੰ ਇੱਕ ਝੱਲਾ ਗਰੂਰ ਆਖ ਛੱਡਿਆ ਅਤੇ ਮੂੰਹ ਪਰਾਂ ਕਰ ਲਿਆ। ਸਮਕਾਲੀਆਂ ਦੀ ਉਪਰਾਮਤਾ ਬੜੀ ਵੱਡੀ ਸੀ, ਪਰ ਵਾਲਟ ਵਿਟਮੈਨ ਦਾ ਵਿਸ਼ਵਾਸ ਉਹ ਤੋਂ ਵੱਡਾ ਸੀ। ਉਹਨੇ ਆਪਣੀ ਗੁੰਮਨਾਮੀ ਨੂੰ ਕਬੂਲ ਲਿਆ, ਪਰ ਉਹਦੀ ਦੂਰੀ ਦੀ ਨਜ਼ਰ ਬੜੀ ਤਿੱਖੀ ਸੀ। ਉਹਨੇ ਆਪ ਹੀ ਆਖਿਆ, ਮੈਂ ਆਪਣੇ ਵੇਲੇ ਦੀ ਪ੍ਰਵਾਨਗੀ ਨਹੀਂ ਪਾ ਸਕਿਆ, ਪਰ ਮੈਂ ਭਵਿੱਖ ਦੇ ਲੁਭਾਵੇਂ ਸੁਪਨਿਆਂ ਵੱਲ ਤੱਕਦਾ ਪਿਆ। ਵਾਲਟ ਵਿਟਮੈਨ ਬਾਰੇ ਸਮਾਂ ਚੁੱਪ ਸੀ। ਐਮਰਸਨ ਨੇ ਸਭ ਤੋਂ ਪਹਿਲਾਂ ਇਸ ਚੁੱਪ ਨੂੰ ਤੋੜਿਆ ਅਤੇ ਘਾਹ ਦੀਆਂ ਪੱਤੀਆਂ ਨੂੰ ਹੱਥ 'ਚ ਫੜ ਕੇ ਆਖਿਆ, ਉਹ ਅਮਰੀਕਨ ਜਿਹੜੇ ਪਰਦੇਸੀ ਰੁਲਦੇ ਪਏ ਨੇ, ਹੁਣ ਘਰ ਮੁੜ ਆਉਣ, ਕਿਉਂਕਿ ਹੁਣ ਸਾਡੇ 'ਚ ਇੱਕ ਇਨਸਾਨ ਜੰਮਿਆ ਹੈ। ਸਮੇਂ ਨੇ ਹੌਲੀ-ਹੌਲੀ ਇਸ ਇਨਸਾਨ ਨੂੰ ਪਛਾਣਨਾ ਸ਼ੁਰੂ ਕੀਤਾ ਅਤੇ ਜਦੋਂ ਉਹਨੂੰ ਕੁਝ ਪਛਾਣ ਆ ਗਈ, ਉਹਨੇ ਅੱਖੀਆਂ ਝਮਕ ਕੇ ਆਖਿਆ, ਵਿਟਮੈਨ ਤੋਂ ਪਹਿਲੇ ਅਮਰੀਕੀ ਕਵੀ ਸੱਭਿਅਤਾ ਦੀ ਲੋੜੋਂ ਭਾਰੀ ਛੱਟ ਚੁੱਕ ਕੇ ਔਖੇ ਹੁੰਦੇ ਰਹੇ। ਉਹਨਾਂ ਵਿੱਚੋਂ ਬਹੁਤ ਸਾਰੇ ਅੰਗਰੇਜ਼ੀ ਸਾਹਿਤ ਦੀਆਂ ਪ੍ਰਾਚੀਨ ਰਵਾਇਤਾਂ 'ਚ ਹੀ ਅੜੇ ਰਹੇ। ਉਹਨਾਂ ਨੇ ਜ਼ਿੰਦਗੀ ਦੇ ਭੇਤਾਂ ਨੂੰ ਖੋਲ੍ਹ ਕੇ ਨਾ ਵੇਖਿਆ ਅਤੇ ਇਸ ਤਰ੍ਹਾਂ ਉਹ ਮੁਧੋਲੇ ਹੋਏ ਰਾਹਾਂ ਉੱਤੇ ਤੁਰਦੇ ਰਹੇ। ਉਹਨਾਂ ਨੇ ਕਿਸੇ ਕੁਆਰੇ ਤਜਰਬੇ ਨੂੰ ਹੱਥ ਨਹੀਂ ਸੀ ਲਾਇਆ। ਵਿਟਮੈਨ ਦੀ ਰਚਨਾ 'ਚ ਮੈਨੂੰ ਪਹਿਲੀ ਵਾਰ ਇੱਕ ਬਹੁਤ ਵੱਡੀ ਜੁਰਅਤ ਲੱਭੀ। ਸ਼ੈਲੀ ਵਜੋਂ ਵਿਟਮੈਨ ਨੇ ਆਪਣੀ ਰਚਨਾ ਨੂੰ ਇਜ਼ਰਾਈਲੀ ਕਵਿਤਾ ਵਾਂਗ ਸਮਾਂਤਰਵਾਦੀ ਵਿਉਂਤ ਦਿੱਤੀ। ਤੁਕਾਂਤਾਂ ਦੀ ਥਾਵੇਂ ਉਹਨੇ ਲਫ਼ਜ਼ਾਂ ਅਤੇ ਖਿਆਲਾਂ ਦੇ ਦੁਹਰਾਓ ਨਾਲ ਉਹਨੂੰ ਸੰਗੀਤਮਈ ਬਣਾਇਆ ਅਤੇ ਪ੍ਰਕਰਣ ਵਜੋਂ ਉਹਨੇ ਖੌਰੀ ਅਤੇ ਨਿਮਾਣੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਨੂੰ ਅਪਣਾਇਆ ਅਤੇ ਅਸਲੋਂ ਬਰਾਬਰੀ ਦੇ ਵਿਸ਼ਵਾਸ ਨੂੰ ਸਮਾਜਿਕ ਅਤੇ ਰਾਜਨੀਤਿਕ ਸਵਾਲਾਂ 'ਚ ਲਿਆਂਦਾ। ਉਹਦੇ ਆਪੇ ਦੇ ਗੀਤ ਨੂੰ ਸਰਵਵਿਆਪੀ ਬਣਨ ਦਾ ਇੱਕ ਲੰਬਾ ਅਮਲ ਆਖਿਆ ਜਾ ਸਕਦਾ ਹੈ। ਜਿਹੜੇ ਲੋਕ ਵੱਗਾਂ ਦੇ ਵਾੜਿਆਂ 'ਚ ਰਹਿੰਦੇ ਹਨ, ਸਾਗਰਾਂ ਅਤੇ ਜੰਗਲਾਂ ਦੀ ਜ਼ਿੰਦਗੀ ਚੱਖਦੇ ਹਨ, ਜਹਾਜ਼ਾਂ ਨੂੰ ਬਣਾਉਂਦੇ ਅਤੇ ਚਲਾਉਂਦੇ ਹਨ, ਕੁਹਾੜਿਆਂ ਦੀ ਕਿਰਤ ਕਰਦੇ ਹਨ ਅਤੇ ਘੋੜੇ ਵਾਹੁੰਦੇ ਹਨ, ਮੈਂ ਉਹਨਾਂ ਉੱਤੇ ਮੁਗਧ ਹਾਂ। ਮੈਂ ਚਿਰਾਂ ਤੱਕ ਉਹਨਾਂ ਦੇ ਨਾਲ ਰਲ ਕੇ ਖਾ ਸਕਦਾ ਹਾਂ ਅਤੇ ਉਹਨਾਂ ਦੇ ਨਾਲ ਰਲ ਕੇ ਜੀ ਸਕਦਾ ਹਾਂ। ਇਹਨਾਂ ਸਭਨਾਂ ਲੋਕਾਂ ਦੀਆਂ ਔਕੜਾਂ, ਬਿਮਾਰੀਆਂ ਅਤੇ ਉਦਾਸੀਆਂ ਉਹਨੂੰ ਝੂਣ ਜਾਂਦੀਆਂ ਸਨ। ਇਹਨਾਂ ਦੇ ਕੋਲੋਂ ਨਜ਼ਰ ਬਚਾ ਕੇ ਲੰਘਣ ਵਾਲਾ ਵਿਟਮੈਨ ਦੀਆਂ ਨਜ਼ਰਾਂ ਵਿੱਚ ਇੱਕ ਜਿਉਂਦਾ ਮਨੁੱਖ ਨਹੀਂ ਸੀ ਰਹਿ ਜਾਂਦਾ। ਜਿਹੜਾ ਕੋਈ ਹਮਦਰਦੀ ਤੋਂ ਸੁੰਝਾ ਚੱਪਾ ਮੇਲ ਵੀ ਤੁਰਦਾ ਹੈ, ਉਹ ਕਫਨ ਵਿੱਚ ਨਿਪਟਿਆ ਹੋਇਆ ਆਪਣੇ ਹੀ ਨੜੋਏ 'ਤੇ ਜਾ ਰਿਹਾ ਹੁੰਦਾ ਹੈ। ਅਮਰੀਕਾ ਦੀ ਘਰੋਗੀ ਜੰਗ ਵੇਲੇ ਵਿਟਮੈਨ ਇੱਕ ਨਰਸ ਵਾਂਗ ਫੌਜੀ ਹਸਪਤਾਲ 'ਚ ਲੋਕਾਂ ਦੇ ਜ਼ਖਮ ਪੂੰਝਦਾ ਰਿਹਾ। ਜ਼ਖਮਾਂ 'ਤੇ ਪੱਟੀਆਂ ਬੰਨ੍ਹਦਾ, ਉਹ ਲੋਕਾਂ ਨੂੰ ਕਿਤਾਬਾਂ ਪੜ੍ਹ ਕੇ ਸੁਣਾਉਂਦਾ, ਉਹਨਾਂ ਦੇ ਖੱਤ ਲਿਖਦਾ, ਉਹਨਾਂ ਨੂੰ ਤੰਬਾਕੂ ਵੀ ਲਿਆ ਦਿੰਦਾ ਅਤੇ ਜਿਉਣ ਦੀ ਹਿੰਮਤ ਵੀ। ਉਹ ਮੁਹੱਬਤ ਦਾ ਤਬੀਬ ਸੀ। ਮੁਹੱਬਤ ਦੀ ਤਾਸੀਰ ਬਾਰੇ ਉਹਨੇ ਇੱਕ ਵਾਰ ਆਪਣੀ ਮਾਂ ਨੂੰ ਖੱਤ ਲਿਖਿਆ ਸੀ, ਮੈਂ ਸਾਬਤ ਕਰ ਸਕਦਾ ਕਿ ਦੋਸਤੀ ਕਿਸੇ ਦੇ ਪਿੰਡੇ ਉੱਤੋਂ ਸੱਚੀ ਮੁੱਚੀ ਤਾਪ ਲਾ ਸਕਦੀ ਹੈ। ਅਮਰੀਕਾ ਦੇ ਇੱਕ ਸੁਪਨੇ ਨੂੰ ਵਿਟਮੈਨ ਨੇ ਬੜੀ ਸਪਸ਼ਟਤਾ ਦਿੱਤੀ ਕਿ ਅਨਿਆਂ ਦੇ ਹੱਥੋਂ ਸਤੇ ਹੋਏ ਲੋਕ ਇੱਥੇ ਆ ਕੇ ਬਰਾਬਰੀ ਦਾ ਸਲੂਕ ਪਾ ਸਕਦੇ ਹਨ। ਉਹਨੂੰ ਲੋਕ ਰਾਜ 'ਚ ਡੂੰਘਾ ਵਿਸ਼ਵਾਸ ਸੀ, ਸਰਵਦੇਸ਼ੀ ਲੋਕ ਰਾਜ ਵਿੱਚ। ਉਹਦਾ ਆਪਣੇ ਮਿੱਤਰਾਂ ਦੇ ਨਾਂ ਆਖਰੀ ਸੁਨੇਹਾ ਵੀ ਉਹਦੇ ਇਸੇ ਵਿਸ਼ਵਾਸ ਨੂੰ ਦੁਹਰਾਉਂਦਾ ਹੈ। ਜਿਉਂ-ਜਿਉਂ ਜਾਣਦੇ ਹਾਂ, ਜਾਪਦਾ ਹੈ ਕਿ ਚੰਗੇ ਸਾਹਿਤ ਵਾਸਤੇ, ਰਾਜਨੀਤੀ ਵਾਸਤੇ ਅਤੇ ਸਮਾਜਿਕ ਸੂਝ ਵਾਸਤੇ ਇੱਕੋ ਹੀ ਗੱਲ ਮੇਚੇ ਆ ਸਕਦੀ ਹੈ ਕਿ ਸਭਨਾਂ ਮੁਲਕਾਂ ਦੇ ਚੋਣਵੇਂ ਦਿਮਾਗ ਮਿਲ ਵਰਤਣ। ਵਿਟਮੈਨ ਦੀ ਸੋਚ ਵਿੱਚ ਦੇ ਪ੍ਰਾਚੀਨ ਭਾਰਤੀ ਫਲਸਫੇ 'ਚ ਬੜੀ ਇਕਸੁਰਤਾ ਲੱਭਦੀ ਹੈ। ਵੇਦਾਂਤੀਆਂ ਵਾਂਗ ਵਿਟਮੈਨ ਸੋਚਦਾ ਹੈ ਕਿ ਸਹਿਜ ਗਿਆਨ ਮੂਲ ਸੱਚਾਈ ਨੂੰ ਲੱਭਣ ਦਾ ਇੱਕ ਰਾਹ ਹੈ। ਅਮਰੀਕਨ ਵਿਚਾਰਵਾਨਾਂ ਨੇ ਵਾਲਟ ਵਿਟਮੈਨ ਦੀ ਜ਼ਿੰਦਗੀ ਨੂੰ ਅਤੇ ਉਹਦੇ ਖਰੜਿਆਂ ਨੂੰ ਕਈ ਤਰ੍ਹਾਂ ਖੋਜ ਕੇ ਵੇਖਿਆ। ਇਹ ਠੀਕ ਹੈ ਕਿ ਵਿਟਮੈਨ ਦੇ ਇੱਕ ਅੰਗਰੇਜ਼ ਦੋਸਤ ਨੇ ਉਹਨੂੰ ਭਗਵਤ ਗੀਤਾ ਦਾ ਅੰਗਰੇਜ਼ੀ ਅਨੁਵਾਦ ਕ੍ਰਿਸਮਿਸ ਦੀ ਸੁਗਾਤ ਵਜੋਂ ਦਿੱਤਾ ਸੀ, ਪਰ ਘਾਹ ਦੀਆਂ ਪੱਤੀਆਂ ਛਪਿਆਂ ਉਦੋਂ ਵੀ ਵਰੇ ਹੋ ਗਏ ਸਨ। ਕਈਆਂ ਦਾ ਖਿਆਲ ਹੈ ਕਿ ਵਿਟਮੈਨ ਨੂੰ ਥੋਰੋ ਨੇ ਭਾਰਤੀ ਫਲਸਫੇ ਦੀ ਲਗਨ ਲਾਈ ਸੀ ਅਤੇ ਕਈਆਂ ਦਾ ਖਿਆਲ ਹੈ ਕਿ ਵਿਟਮੈਨ ਨੇ ਇਹ ਪ੍ਰਭਾਵ ਭਾਰਤੀ ਫਲਸਫੇ ਦੇ ਚੰਗੇ ਜਾਣੂ ਐਮਰਸਨ ਕੋਲੋਂ ਕਬੂਲਿਆ ਸੀ। ਰੋਮਾਂ ਰੋਲਾਂ ਦੇ ਖਿਆਲ ਵਿੱਚ ਇਹ ਸਿਰਫ ਇੱਕ ਸੰਜੋਗ ਹੈ ਅਤੇ ਇਸ ਫਲਸਫੇ ਦਾ ਪਿਛਵਾੜਾ ਵਿਟਮੈਨ ਦਾ ਅਸਲੋਂ ਆਪਣਾ ਤਜਰਬਾ ਹੈ। ਉਂਝ ਇਹ ਠੀਕ ਹੈ ਕਿ ਵਿਟਮੈਨ ਦੀ ਰਚਨਾ ਨੂੰ ਜੇ ਭਾਰਤੀ ਵੇਦਾਂਤਾਂ ਦੇ ਚਾਨਣ 'ਚ ਪੜ੍ਹਿਆ ਜਾਏ
ਤਾਂ ਉਹਦੇ ਕਈ ਪੱਖ ਤੇ ਕਈ ਅਰਥ ਹੋਰ ਚਾਨਣੇ ਹੋ ਕੇ ਦਿਖਾਈ ਦਿੰਦੇ ਹੈ। ਬੀਜ ਝੜ ਪੈਂਦੇ ਹਨ, ਹਵਾਵਾਂ ਇਹਨਾਂ ਨੂੰ ਦੂਰ ਦੇਸਾਂਤਰਾਂ ਤੱਕ ਲੈ ਜਾਂਦੀਆਂ ਹਨ, ਪਰ ਜਿਸ ਕਿਸੇ ਵਾਦੀ 'ਚ ਲੈ ਕਰਕੇ ਉੱਗ ਪੈਂਦੇ ਹਨ, ਇਹ ਉਸ ਵਾਦੀ ਦੀ ਮਿੱਟੀ ਦਾ ਆਪਣਾ ਕ੍ਰਿਸ਼ਮਾ ਹੁੰਦਾ ਹੈ। ਬੀਜ ਕਿਤੋਂ ਵੀ ਝੜ ਆਇਆ ਹੋਵੇ, ਪਰ ਛਾਇਆਵਾਦੀ ਫਲਸਫੇ ਦਾ ਇਹ ਫੁੱਲ ਵਿਟਮੈਨ ਦੇ ਆਪਣੇ ਮਨ ਦੀ ਜ਼ਰਖੇਜ਼ ਮਿੱਟੀ 'ਚ ਉੱਗਿਆ ਸੀ ਤੇ ਜਿਹਦੀ ਜੜ ਉਹਦੀ ਆਪਣੀ ਜ਼ਿੰਦਗੀ 'ਚ ਡੂੰਘੀ ਲੱਥੀ ਹੋਈ ਸੀ। ਵਾਲਟ ਵਿਟਮੈਨ ਇੱਕ ਸਧਾਰਨ ਡੱਚ ਔਰਤ ਦੀ ਕੁੱਖੋਂ ਜੰਮਿਆ ਸੀ। 31 ਮਈ 1819 ਦੀ ਗੱਲ ਹੈ। ਵਿਟਮੈਨ ਦਾ ਪਿਓ ਇੱਕ ਭਰਵੇਂ ਜੁੱਸੇ ਵਾਲਾ ਤੇ ਚੁਪੀਤਾ ਜਿਹਾ ਇਨਸਾਨ ਸੀ, ਜੋ ਲੌਂਗ ਆਈਲੈਂਡ ਵਿੱਚ ਕਿਰਸਾਣੀ ਵੀ ਕਰਦਾ ਸੀ ਤੇ ਤਰਖਾਣਾ ਕੰਮ ਵੀ। ਮਾਂ ਨਾਲ ਵਿਟਮੈਨ ਨੂੰ ਬੜੀ ਆਂਦਰ ਸੀ। ਉਹ ਜਦੋਂ ਲੇਖਕ ਬਣਿਆ, ਉਹਨੇ ਆਪਣੀ ਕਿਰਤ ਦੀਆਂ ਨਾੜਾਂ ਵਿੱਚ ਵੀ ਇਹ ਲਹੂ ਧੜਕਦਾ ਸੁਣਿਆ। ਸਕੂਲ 'ਚ ਪੜ੍ਹਦਾ ਵਿਟਮੈਨ ਕਦੇ ਖੇਤਾਂ ਵੱਲ ਦੌੜ ਜਾਂਦਾ, ਕਦੇ ਸਮੁੰਦਰ ਵੱਲ ਕਾਮਿਆਂ ਤੇ ਮਾਛੀਆਂ ਨਾਲੇ ਘੰਟਿਆਂ ਬੱਧੀ ਗੱਲੀਂ ਪਿਆ ਰਹਿੰਦਾ। ਇਹਦੇ ਬਾਰੇ ਉਹਦਾ ਆਪਣਾ ਆਖਣਾ ਹੈ, ਪਾਣੀ 'ਚ ਤਾਰੀ ਲਾਉਣ ਤੋਂ ਪਿੱਛੋਂ ਮੈਂ ਰੇਤ 'ਚ ਦੌੜਦਾ ਸਾਂ ਤੇ ਹੋਮਰ ਤੇ ਸ਼ੇਕਸਪੀਅਰ ਪੜ੍ਹ ਛੱਲਾਂ ਤੇ ਸਿੱਪੀਆਂ ਨੂੰ ਸੁਣਾਉਂਦਾ ਸਾਂ। 12 ਵਰ੍ਹਿਆਂ ਦਾ ਨਿੱਕਾ ਜਿਹਾ ਵਿਟਮੈਨ ਮੁੱਢਲੀ ਪੜ੍ਹਾਈ ਨੂੰ ਮੁਕਾ ਕੇ ਇੱਕ ਛਾਪੇਖਾਨੇ 'ਚ ਕੰਮ ਕਰਨ ਲੱਗ ਪਿਆ। ਕੁਝ ਚਿਰ ਲਈ ਉਹਨੇ ਪੇਂਡੂ ਸਕੂਲਾਂ 'ਚ ਵੀ ਕੰਮ ਕੀਤਾ। ਕਦੇ ਆਪਣੇ ਹੱਥਾਂ 'ਚ ਤਰਖਾਣੇ ਸੰਦ ਵੀ ਫੜੇ ਤੇ ਫਿਰ ਪੱਤਰ ਪ੍ਰੇਰਕ ਬਣ ਗਿਆ। ਵਿਟਮੈਨ ਦੀਆਂ ਅੱਖਾਂ ਸੁਪਨਿਆਂ ਨਾਲ ਲੱਦੀਆਂ ਹੋਈਆਂ ਸਨ, ਇਸ ਲਈ ਉਹਦਾ ਆਲਾ ਦੁਆਲਾ ਉਹਦੇ ਨਾਲ ਜਾਣੂ ਨਹੀਂ ਸੀ ਹੁੰਦਾ। ਉਂਝ ਵੀ ਅਖਬਾਰਾਂ ਦੇ ਭੀੜੇ ਬੂਹੇ 'ਚੋਂ ਵਿਟਮੈਨ ਦੇ ਵੱਡੇ ਖਿਆਲ ਅੰਦਰ ਨਹੀਂ ਸਨ ਲੰਘ ਸਕਦੇ ਤੇ ਉਹ ਆਪਣੇ ਖਿਆਲਾਂ ਦਾ ਸਿਰ ਝੁਕਾਉਣ ਵਾਸਤੇ ਤਿਆਰ ਨਹੀਂ ਸੀ। ਸੰਪਾਦਕਾਂ ਨੂੰ ਉਹਦੇ ਨਾਲ ਅਕਸਰ ਸ਼ਿਕਾਇਤ ਰਹਿੰਦੀ ਸੀ, ਇਸ ਲਈ ਉਹਨੇ ਅਖਬਾਰਾਂ ਵਾਲਾ ਰਾਹ ਵੀ ਛੱਡ ਦਿੱਤਾ। ਇੱਕ ਸੁਤੰਤਰ ਲੇਖਕ ਦੇ ਰੂਪ 'ਚ ਘਾਹ ਦੀਆਂ ਪੱਤੀਆਂ ਲਿਖਣ ਲੱਗ ਪਿਆ। ਵਿਟਮੈਨ ਦੇ ਪੈਰਾਂ ਨਾਲ ਪੈਂਡੇ ਵੱਜੇ ਹੋਏ ਸਨ। ਉਹ ਗਲੀਆਂ ਬਾਜ਼ਾਰਾਂ ਤੇ ਝੰਗੀਆਂ ਝੁੱਗੀਆਂ ਵਿੱਚ ਘੁੰਮਦਾ ਲੋਕਾਂ ਦਾ ਨਾਮਾਵਰ ਵੀ ਬਣਿਆ ਤੇ ਰਹਿਨੁਮਾ ਵੀ। ਉਹ ਇੱਕੋ ਸਮੇਂ ਲੁਕਾਈ ਦਾ ਆਸ਼ਿਕ ਵੀ ਸੀ ਤੇ ਉਹਦਾ ਗੁਰੂ ਪੀਰ ਵੀ। ਧਰਤੀ ਨੂੰ ਕਦੇ ਇਹੋ ਜਿਹਾ ਫਿਲਾਸਫਰ ਦੋਸਤ ਨਹੀਂ ਨਸੀਬ ਹੋਇਆ ਹੋਣਾ ਜਿਹੜਾ ਗੱਲੀਂ ਬਾਤੀਂ ਅੰਦਾਜ਼ 'ਚ ਇਹ ਆਖ ਸਕੇ, ਤੁਸੀਂ ਏਸ਼ੀਆ ਦੇ ਰਹਿਣ ਵਾਲੇ, ਅਫਰੀਕਾ, ਯੂਰਪ ਤੇ ਆਸਟ੍ਰੇਲੀਆ ਦੇ ਵਾਸੀ, ਤੇ ਚਾਹੇ ਤੁਸੀਂ ਕਿਤੋਂ ਦੇ ਵਸਨੀਕ ਹੋਵੋ, ਤੁਸੀਂ ਸਾਰੇ ਜੋ ਅਣਗਿਣਤ ਟਾਪੂਆਂ 'ਚ ਰਹਿੰਦੇ ਹੋ ਤੇ ਆਉਣ ਵਾਲੇ ਸਮਿਆਂ 'ਚ ਰਹੋਗੇ, ਹਰ ਕੋਈ ਤੇ ਹਰ ਕਿਤੇ ਤੁਹਾਨੂੰ ਮੇਰੇ ਵੱਲੋਂ ਤੇ ਮੇਰੇ ਦੇਸ਼ ਵੱਲੋਂ ਸ਼ੁਭ ਇੱਛਾਵਾਂ। ਘਾਹ ਦੀਆਂ ਪੱਤੀਆਂ ਦੀ ਜਦੋਂ ਕਿਤਾਬੀ ਸ਼ਕਲ ਬਣੀ, ਇਹਦੇ 'ਚ 12 ਕਵਿਤਾਵਾਂ ਸਨ। ਉਹ ਕਿਤਾਬ ਜਦੋਂ ਦੂਜੀ ਵਾਰ ਛਪੀ, ਇਹਦੇ 'ਚ 32 ਕਵਿਤਾਵਾਂ ਸਨ। 8ਵੀਂ ਵਾਰ ਤੱਕ ਇਹਦੇ 'ਚ 300 ਕਵਿਤਾਵਾਂ ਸਨ। ਇਹ ਕਿਤਾਬ ਵਾਲਟ ਵਿਟਮੈਨ ਦੀ ਆਪਣੀ ਜ਼ਿੰਦਗੀ 'ਚ 11 ਵਾਰ ਛਪੀ। ਹਰ ਵਾਰ ਇਹਦੇ 'ਚ ਕੁਛ ਨਾ ਕੁਝ ਹੋਰ ਜੋੜ ਕੇ ਉਹਨੇ ਇਹਦੇ 'ਚ ਆਪਣਾ ਆਪ ਭਰ ਦਿੱਤਾ। ਇਹਦੇ ਬਾਰੇ ਉਹ ਤਾਂ ਹੀ ਆਖ ਸਕਿਆ, ਜਿਹੜਾ ਇਸ ਕਿਤਾਬ ਨੂੰ ਛੋਏਗਾ ਉਹ ਇੱਕ ਮਨੁੱਖ ਨੂੰ ਛੋਏਗਾ। ਜੰਗ ਦੀਆਂ ਡਾਇਰੀਆਂ ਆਦਿ ਭਾਵੇਂ ਵਿਟਮੈਨ ਦੀਆਂ ਕੁਝ ਹੋਰ ਕਿਰਤਾਂ ਵੀ ਮਿਲਦੀਆਂ ਹੈ, ਪਰ ਤਾਂ ਵੀ ਆਖਿਆ ਜਾ ਸਕਦਾ ਹੈ ਕਿ ਵਾਲਟ ਵਿਟਮੈਨ ਨੇ ਆਪਣੀ ਜ਼ਿੰਦਗੀ ਦੇ ਸਾਰੇ ਵਰ੍ਹੇ ਇਸ ਇੱਕੋ ਕੁੜਤੀ ਉੱਤੇ ਬਟਨਾਂ ਵਾਂਗ ਟਾਂਕ ਦਿੱਤੇ ਤੇ ਇਸ ਇੱਕੋ ਕੁੜਤੀ ਨੂੰ ਮਨੁੱਖ ਦੀ ਮਾਨਸਿਕ ਉੱਨਤੀ ਦੀ ਉਹ ਪੁਸ਼ਾਕ ਬਣਾ ਦਿੱਤਾ ਜੋ ਅੱਜ ਸਮੇਂ ਨੇ ਬੜੇ ਮਾਣ ਨਾਲ ਆਪਣੇ ਗਲ 'ਚ ਪਾਈ ਹੈ। ਸਾਹਿਤਿਕ ਸਵੈ ਜੀਵਨੀ ਦੇ ਅੰਸ਼ਾਂ ਵਿੱਚੋਂ ਅਗਲਾ ਅੰਸ਼ ਹੈ ਅਮਲ ਦੀ ਕੁਠਾਲੀ। ਅੱਜ ਰੌਬਰਟ ਫਰਾਸਟ ਦੀ ਮੌਤ ਦੀ ਖਬਰ ਸੁਣ ਕੇ ਇੰਜ ਜਾਪ ਰਿਹਾ ਕਿ ਕੁਦਰਤ ਨੇ ਅਮਰੀਕਾ ਨੂੰ ਤੇ ਇਸ ਦੁਨੀਆ ਨੂੰ ਇਹ ਜੋ ਫਿਲਾਸਫਰ ਕਵੀ ਇੱਕ ਸੁਗਾਤ ਦੇ ਤੌਰ ਤੇ ਦਿੱਤਾ ਸੀ, ਤੇ ਮਨੁੱਖੀ ਜਿਸਮ ਦੀ ਸ਼ਕਲ 'ਚ ਮਿਲੀ ਹੋਈ ਸੁਗਾਤ ਭਾਵੇਂ ਕਿੰਨੀ ਵੀ ਕੀਮਤੀ ਹੋਵੇ, ਹਮੇਸ਼ਾ ਥੋੜ੍ਹੀ ਮਿਆਦ ਵਾਲੀ ਹੁੰਦੀ ਹੈ। ਇਸ ਸੁਗਾਤ ਦੀ ਉਮਰ ਵੀ ਮਸਾਂ 88 ਵਰ੍ਹੇ ਸੀ। ਸਿਰਫ ਇਹੋ ਤਸੱਲੀ ਹੈ ਕਿ ਮਨੁੱਖੀ ਕਿਰਤ ਦੀ ਸ਼ਕਲ 'ਚ ਮਿਲੀ ਹੋਈ ਸੁਗਾਤ ਦੀ ਉਮਰ ਕਈ ਵਾਰ ਬੜੀ ਲੰਬੀ ਹੁੰਦੀ ਹੈ, ਤੇ ਰੌਬਰਟ ਫਰਾਸਟ ਦੀ ਕਲਮੀ ਸੁਗਾਤ ਦੀ ਉਮਰ ਅਮਰੀਕਾ ਵਾਸਤੇ ਤੇ ਸਾਰੀ ਦੁਨੀਆ ਵਾਸਤੇ ਸੱਚਮੁੱਚ ਸਦੀਆਂ ਲੰਬੀ ਹੈ। ਰੌਬਰਟ ਫਰਾਸਟ ਦੀ ਕਲਮ ਸਾਰੀ ਉਮਰ ਮਨੁੱਖੀ ਮਨ ਦੇ ਉਹਨਾਂ ਅਤ ਕੁਆਰੇ ਰਾਹਾਂ 'ਤੇ ਤੁਰਦੀ ਰਹੀ ਜਿਨ੍ਹਾਂ ਉੱਤੇ ਪਹਿਲਾਂ ਕੋਈ ਪਗਡੰਡੀ ਨਹੀਂ ਸੀ, ਤੇ ਉਸਨੇ ਇਹੋ ਜਿਹੀਆਂ ਨਜ਼ਮਾਂ ਲਿਖੀਆਂ ਜਿਹੋ ਜਿਹੀਆਂ ਨਜ਼ਮਾਂ ਦੀ ਕਸਵੱਟੀ ਉਹਨੇ ਇਹ ਰੱਖੀ ਸੀ, ਇੱਕ ਚੰਗੀ ਕਵਿਤਾ ਕੁਛ ਇਹੋ ਜਿਹੀ ਹੋਣੀ ਚਾਹੀਦੀ ਹੈ ਜੋ ਇੱਕ ਸਵਾਦ ਤੋਂ ਸ਼ੁਰੂ ਹੋਵੇ ਤੇ ਇੱਕ ਸਿਆਣਪ 'ਚ ਮੁੱਕੇ। ਇੱਕ ਵਿਚਾਰਵਾਨ ਸ਼ਖਸੀਅਤ ਦਾ, ਇੱਕ ਸ਼ਾਇਰਾਨਾ ਤਸੱਵੁਰ ਦਾ ਤੇ ਇੱਕ ਰਾਜਨੀਤਿਕ ਸੂਝ ਦਾ ਉਹਦੇ 'ਚ ਇੱਕ ਅਜੀਬ ਸੁਮੇਲ ਸੀ, ਜਿਹਦੇ ਜ਼ੋਰ ਨਾਲ ਉਹਨੇ ਆਖਿਆ ਸੀ, ਮੈਂ ਆਪਣੇ ਮੁਲਕ ਕੋਲੋਂ ਜਿਹੜੀਆਂ 2 ਚੀਜ਼ਾਂ ਮੰਗੀਆਂ ਹਨ, ਇੱਕ ਹੈ ਮੌਲਿਕਤਾ ਤੇ ਇੱਕ ਪਹਿਲ ਕਰ ਸਕਣ ਵਾਲੀ ਕਾਰਜਸ਼ੀਲਤਾ। ਇਹ ਸ਼ਾਇਦ ਇਸ ਕਰਕੇ ਹੋਇਆ ਕਿ ਰੌਬਰਟ ਫਰਾਸਟ ਦੀ ਜ਼ਿੰਦਗੀ ਉਹਦੀ ਰਚਨਾ ਨਾਲ ਕਦੇ ਖੈਬੜੀ ਨਹੀਂ। ਉਹਦੇ ਅੰਦਰਲਾ ਕਵੀ ਤੇ ਉਹਦੇ ਅੰਦਰਲਾ ਮਨੁੱਖ ਰਲ ਕੇ ਇੱਕ ਹੋ ਗਏ ਸਨ, ਸ਼ਾਇਦ ਸਿਰਫ ਇੱਕ ਡੂੰਘੀ ਨੀਝ ਬਣ ਗਏ ਸਨ। ਇਹੋ ਨੀਝ ਜ਼ਿੰਦਗੀ ਨੂੰ ਵੇਖਦੀ ਰਹੀ।
ਇਨਸਾਨੀ ਦੁੱਖ ਸਭਨਾਂ ਵਿਸ਼ਵਾਸਾਂ ਦੀ ਜ਼ਮੀਨ ਹੈ। ਬੇਇਨਸਾਫੀ ਤੋਂ ਸਿਵਾ ਕੁਝ ਵੀ ਪੱਲੇ ਨਹੀਂ ਪੈਂਦਾ। ਇੱਕ ਕਵੀ ਵਾਸਤੇ ਹੋਰ ਕੋਈ ਰਾਹ ਨਹੀਂ, ਸਿਰਫ ਇਹੋ ਕਿ ਇਸ ਸਰਾਪ ਨੂੰ ਉਹ ਕਿਵੇਂ ਝੱਲੇ, ਦੁਖਾਂਤ ਸਮਝ ਕੇ ਕਿ ਮਸਖਰੀ। ਕਿਸੇ ਨੀਚ ਦੀ ਗੰਭੀਰਤਾ ਮਨੁੱਖ ਦੇ ਡੋਲਦੇ ਵਿਸ਼ਵਾਸਾਂ ਉੱਤੇ ਮੁਸਕਰਾਉਂਦੀ ਰਹੀ। ਇੱਕ ਵਿਸ਼ਵਾਸ ਨੂੰ ਕਿਉਂ ਛੱਡਿਆ ਜਾਏ, ਸਿਰਫ ਇਸ ਲਈ ਕਿ ਉਹ ਸੱਚ ਨਹੀਂ ਬਣਦਾ। ਜੂਝਦੇ ਰਹੋ ਆਖਰ ਤੱਕ ਤੇ ਇੱਕ ਵੀ ਸ਼ੰਕਾ ਨਾ ਆਉਣ ਦਿਓ, ਇਹ ਸੱਚ ਬਣ ਜਾਏਗਾ। ਮਨੁੱਖੀ ਮਨ ਦੇ ਜੰਗਲਾਂ 'ਚ ਵਿਚਰਨ ਵਾਸਤੇ ਉਹਨੇ ਜਿਸ ਇੱਕ ਚੀਜ਼ ਦਾ ਆਸਰਾ ਲਿਆ ਸੀ, ਉਹਦਾ ਵਿਸ਼ਵਾਸ ਸੀ। ਕਵਿਤਾ ਉਹ ਹਰਫ ਹੋ ਸਕਦੀ ਤੇ ਹੋਣੀ ਚਾਹੀਦੀ ਹੈ ਜੋ ਹਰਫ ਅਮਲ ਬਣ ਚੁੱਕੇ ਹੋਣ। ਉਹਦੀਆਂ ਨਵੀਆਂ ਸੋਚਾਂ ਦੀਆਂ ਤੇ ਨਵੀਆਂ ਫਲਸਫਿਆਂ ਦੀਆਂ ਅੱਜ ਉਹ ਕਈ ਪਗਡੰਡੀਆਂ ਸਾਡੇ ਸਾਹਮਣੇ ਹਨ, ਜਿਨ੍ਹਾਂ ਦੀ ਸੇਧ ਲੈ ਕੇ ਮਨੁੱਖੀ ਪੈਰਾਂ ਦਾ ਰਸਤਾ ਸੌਖਾ ਤੇ ਖੂਬਸੂਰਤ ਹੋ ਸਕਦਾ ਹੈ। ਰੋਬਰਟ ਫਰਾਸਟ ਦਾ ਆਖਣਾ ਹੈ ਕਿ ਕਵਿਤਾ ਇੱਕ ਬੰਨੇ ਬੈਠੇ ਦਰਸ਼ਕ ਦੀ ਧੁਨ ਨਹੀਂ, ਇੱਕ ਭਰਵਾਂ ਚਾਨਣ ਹੈ ਜੋ ਜ਼ਿੰਦਗੀ ਦੀ ਛਲ ਨੂੰ ਵਧਾਉਂਦਾ ਹੈ ਤੇ ਉਹਨੂੰ ਸੱਚਮੁੱਚ ਸਿਰਜਣ ਸ਼ਕਤੀ ਦਿੰਦਾ ਹੈ। ਕਵੀ ਨੂੰ ਮਨੁੱਖੀ ਮਸਲਿਆਂ ਦਾ ਧੁਰਾ ਹੋਣਾ ਚਾਹੀਦਾ ਹੈ। ਕਈ ਵਾਰ ਕਵੀ ਨੀਤੀਵਾਨਾਂ ਕੋਲੋਂ ਕੁਝ ਸਿੱਖਦਾ ਹੈ, ਪਰ ਬਹੁਤੀ ਵਾਰ ਉਹ ਨੀਤੀਵਾਨਾਂ ਨੂੰ ਦਿਵ ਸ਼ਕਤੀ ਦਿੰਦਾ ਹੈ। ਮਨੁੱਖੀ ਮਨ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੀ ਨਜ਼ਰ ਰੋਬਰਟ ਫਰਾਸਟ ਨੂੰ ਆਪਣੀ ਮਾਂ ਕੋਲੋਂ ਵਿਰਸੇ 'ਚ ਮਿਲੀ ਸੀ। ਉਹ ਸਨ ਫਰਾਂਸਿਸਕੋ 'ਚ 26 ਮਾਰਚ 1874 'ਚ ਜੰਮਿਆ ਸੀ। ਉਹ 11 ਵਰ੍ਹਿਆਂ ਦਾ ਨਿੱਕਾ ਜਿਹਾ ਮੁੰਡਾ ਸੀ ਜਦੋਂ ਉਹਦਾ ਪਿਓ ਮਰ ਗਿਆ ਸੀ। ਨਵੀਂ ਥਾਈਂ ਨਵੇਂ ਲੋਕਾਂ ਦੇ ਨਵੇਂ ਮੁਹਾਂਦਰੇ ਵੇਖ ਵੇਖ ਉਹ ਉਪਰਾ ਗਿਆ ਸੀ। ਇਸੇ ਉਪਰਾਮਤਾ 'ਚ ਉਹ ਕਵਿਤਾ ਲਿਖਣ ਲੱਗ ਪਿਆ ਸੀ। ਗੁਜ਼ਾਰੇ ਲਈ ਕਦੇ ਉਹ ਕਾਰਖਾਨਿਆਂ 'ਚ ਕੰਮ ਕਰਦਾ, ਕਦੇ ਕੁੱਕੜੀਆਂ ਪਾਲ ਕੇ ਉਹਨਾਂ ਦੇ ਅੰਡੇ ਵੇਚਦਾ, ਕਦੇ ਅਖਬਾਰਾਂ ਦਾ ਨਾਮਾਨਿਗਾਰ ਬਣਦਾ ਤੇ ਕਦੇ ਕਿਸੇ ਸਕੂਲ 'ਚ ਪੜ੍ਹਾਉਣ ਲੱਗ ਪੈਂਦਾ। ਆਪਣੇ ਦਾਦੇ ਦੇ ਕਹਿਣ ਮੁਤਾਬਕ ਉਹ ਇੱਕ ਡਾਢਾ ਜਿੱਦੀ ਤੇ ਅੱਲੜ ਮੁੰਡਾ ਸੀ ਜੋ ਆਪਣੇ ਹੱਥੀਂ ਆਪਣੀ ਜ਼ਿੰਦਗੀ ਰੋਲਣ ਉੱਤੇ ਤੁਲਿਆ ਹੋਇਆ ਸੀ। ਉਹਦੀ ਸਭ ਤੋਂ ਪਹਿਲੀ ਕਿਤਾਬ 6 ਨਜ਼ਮਾਂ ਦੀ ਸੀ, ਜਿਹਦੀ ਪਹਿਲੀ ਐਡੀਸ਼ਨ ਦੀਆਂ 2 ਕਾਪੀਆਂ ਸਨ। ਇੱਕ ਉਹਦੀ ਮੰਗੇਤਰ ਲਈ, ਦੂਜੀ ਉਹਦੇ ਆਪਣੇ ਲਈ। ਉਹ ਜਿੱਥੇ ਵੀ ਕਵਿਤਾ ਛਪਣ ਲਈ ਭੇਜਦਾ, ਉਹ ਕਵਿਤਾ ਉੱਥੋਂ ਹੀ ਮੁੜ ਆਉਂਦੀ ਤੇ ਇੰਝ ਉਹਨੂੰ ਜ਼ਿੰਦਗੀ ਕੋਲੋਂ ਹਾਰਨ ਦੀ ਤੇ ਜ਼ਿੰਦਗੀ ਕੋਲੋਂ ਜਿੱਤਣ ਦੀ ਆਦਤ ਪੈ ਗਈ। ਉਹ ਰੋਜ਼ ਜ਼ਿੰਦਗੀ ਨਾਲ ਜੂਆ ਖੇਡਦਾ। ਇੱਕ ਦਿਨ ਉਹਨੇ ਆਪਣੀ ਕਲਮ ਨੂੰ ਦਾਅ 'ਤੇ ਲਾ ਦਿੱਤਾ, ਸਭ ਕੁਝ ਛੱਡ ਕੇ ਇੰਗਲੈਂਡ ਚਲਾ ਗਿਆ। ਇੰਗਲੈਂਡ 'ਚ ਛਪੀ ਉਹਦੀ ਕਿਤਾਬ ਦਾ ਇੱਕ ਨਵਾਂ ਅੰਦਾਜ਼ ਸੀ, ਗੱਲਬਾਤੀ ਅੰਦਾਜ਼ ਸੀ। ਗੱਲਬਾਤੀ ਅੰਦਾਜ਼ ਤੇ ਇਸ ਅੰਦਾਜ਼ ਨੇ ਲੋਕਾਂ ਦੀ ਕਦਰ ਜਿੱਤ ਲਈ। 3 ਵਰ੍ਹਿਆਂ ਪਿੱਛੋਂ ਜਦੋਂ ਅਮਰੀਕਾ ਮੁੜਿਆ, ਮਸ਼ਹੂਰੀ ਨੇ ਇੱਕੋ ਵਾਰ ਉਹਦੇ ਦੁਆਲੇ ਭੀੜ ਪਾ ਦਿੱਤੀ। ਪਰ ਰੋਬਰਟ ਫਰਾਸਟ ਦੇ ਹੱਥਾਂ 'ਚ ਇੱਕ ਤਗੜੀ ਸੰਭਾਲਦੀ ਜਾਚ ਸੀ, ਜ਼ਿੰਦਗੀ ਦੇ ਕਹਿਰਾਂ ਨੂੰ ਸੰਭਾਲਣ ਦੀ ਜਾਚ ਵੀ ਤੇ ਜ਼ਿੰਦਗੀ ਦੀਆਂ ਮਿਹਰਾਂ ਨੂੰ ਸੰਭਾਲਣ ਦੀ ਜਾਚ ਵੀ। ਮਾਰਨ ਵੈਨ ਡੋਟੈਨ ਨੇ ਇੱਕ ਵਾਰੀ ਰੋਬਰਟ ਫਰਾਸਟ ਬਾਰੇ ਆਖਿਆ ਸੀ ਕਿ ਉਹਨੂੰ ਸਾਦਗੀ ਦਾ ਤੇ ਉਲਝਣ ਦਾ ਇੱਕ ਅਜੀਬ ਮੇਲ ਜਾਪਦਾ ਹੈ। ਇੱਕੋ ਆਦਮੀ ਜੋ ਇੱਕੋ ਵੇਲੇ ਆਪਣਾ ਆਪ ਦਿੰਦਾ ਵੀ ਹੈ ਤੇ ਨਹੀਂ ਵੀ ਦਿੰਦਾ। ਇੱਕੋ ਬੰਦਾ ਜੋ ਆਪਣੇ ਪਸਾਰ ਦੇ ਪਿੱਛੇ ਆਪਣੇ ਆਪ ਨੂੰ ਛੁਪਾ ਲੈਂਦਾ ਹੈ। ਇਹ ਠੀਕ ਹੋਏਗਾ ਤੇ ਸ਼ਾਇਦ ਇਹੀ ਉਹਦੀ ਡੂੰਘੀ ਸੂਝ ਵਾਲੀ ਨਾਗਮਣੀ ਨੂੰ ਕੱਜ ਬਲੇਟ ਕੇ ਰੱਖਣ ਵਾਲਾ ਭੇਤ ਹੋਏਗਾ। ਸਧਾਰਨਤਾ ਤੇ ਅਸਾਧਾਰਨਤਾ ਦੇ ਮੇਲ ਤੋਂ ਉਹਨੇ ਜੋ ਇੱਕ ਵਧੀਆ ਮਨੁੱਖ ਦਾ ਰੂਪ ਚਿਤਵਿਆ ਸੀ, ਉਹ ਜੀਵਿਆ ਵੀ ਉਸੇ ਤਰ੍ਹਾਂ। ਸਧਾਰਨ ਲੋਕਾਂ ਨਾਲ ਗੱਲਾਂ ਕਰੋ, ਪਰ ਆਪਣੀ ਖਾਸੀਅਤ ਨਾ ਗੁਆਚਣ ਦਿਓ। ਬਾਦਸ਼ਾਹਾਂ ਨਾਲ ਤੁਰੋ, ਪਰ ਆਪਣੀ ਸਧਾਰਨਤਾ ਨਾ ਛੱਡੋ। ਇਸ ਹੱਡੀ ਰਚੇ ਫਲਸਫੇ ਦੀ ਜੁਰਤ ਨਾਲ ਜਦੋਂ ਰੋਬਰਟ ਫਰਾਸਟ ਨੇ ਪ੍ਰਧਾਨ ਕੈਨੇਡੀ ਤੇ ਉਹਦੇ ਨਵੇਂ ਪ੍ਰਬੰਧ ਨੂੰ 20 ਜਨਵਰੀ 1961 ਨੂੰ ਇੱਕ ਕਵੀ ਦੀ ਆਸ਼ੀਰਵਾਦ ਦਿੱਤੀ, ਉਹਦੇ 'ਚ ਅਮਰੀਕਾ ਦੀ ਸਾਰੀ ਰਾਜਨੀਤਿਕ ਜੱਦੋਜਹਿਦ ਦੀ ਇੱਕ ਡੂੰਘੀ ਸੂਝ ਸੀ। ਜਬਰੀ ਪ੍ਰੇਰਨਾ ਵਿੱਚ ਰੋਬਰਟ ਫਰਾਸਟ ਦਾ ਕੋਈ ਵਿਸ਼ਵਾਸ ਨਹੀਂ ਸੀ। ਇਸ ਲਈ ਉਹਨੇ ਆਪਣੀ ਜ਼ਿੰਦਗੀ 'ਚ ਕਿਸੇ ਵੀ ਮੌਕੇ ਲਈ ਉਚੇਚੀ ਨਜ਼ਮ ਕਦੇ ਨਹੀਂ ਸੀ ਲਿਖੀ। ਉਹਦਾ ਆਖਣਾ ਸੀ, ਇੱਕ ਕਵਿਤਾ ਨੂੰ ਹੋਂਦ 'ਚ ਆਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਕੈਨੇਡੀ ਦੇ ਸੱਦੇ ਉੱਤੇ ਜਦੋਂ ਆਇਆ ਤਾਂ ਉਹਨੇ ਆਪਣੀ 30 ਵਰ੍ਹੇ ਪੁਰਾਣੀ ਇੱਕ ਨਜ਼ਮ ਪੜ੍ਹੀ। ਉਂਝ ਉਸ ਮੌਕੇ ਨੇ ਉਹਨੂੰ ਇੰਨਾ ਟੁੰਬ ਦਿੱਤਾ ਕਿ ਉਹਨੇ ਇੱਕ ਨਵੀਂ ਨਜ਼ਮ ਲਿਖੀ, ਸੋਧੀ ਤੇ ਪ੍ਰਧਾਨ ਕੈਨੇਡੀ ਨੂੰ ਇਹ ਲਿਖ ਕੇ ਭੇਜ ਦਿੱਤੀ, ਇੱਕ ਸੋਧੀ ਹੋਈ ਕਾਪੀ, ਤੇ ਆਓ ਹੁਣ ਅਸੀਂ ਆਪਣੇ ਰਾਹ ਵੀ ਸੋਧ ਲਈਏ। ਇਸੇ ਹੱਡੀ ਰਚੀ ਸੂਝ ਨਾਲ ਹੀ ਉਹ ਅੱਤ ਡੂੰਘੀਆਂ ਗੱਲਾਂ ਨੂੰ ਅੱਤ ਸੌਖੀ ਤਰ੍ਹਾਂ ਆਖ ਸਕਿਆ। ਮੈਨੂੰ ਖਾਹਿਸ਼, ਮੰਤਵ ਤੇ ਤਰੀਕਾ ਦੇ ਦੇ, ਮੇਰੇ ਲਈ ਇਹੋ ਰੱਬੀ ਵਸਤ ਵਰਗਾ ਹੋ ਜਾਏਗਾ ਤੇ ਮੇਰੇ ਰੱਬ, ਤੇਰੇ ਉੱਤੇ ਕੀਤੇ ਹੋਏ ਛੋਟੇ ਛੋਟੇ ਮਖੌਲ ਤੂੰ ਮੈਨੂੰ ਮਾਫ਼ ਕਰ ਦੇ ਤੇ ਮੇਰੇ ਉੱਤੇ ਕੀਤਾ ਹੋਇਆ ਤੇਰਾ ਬਹੁਤ ਵੱਡਾ ਮਖੌਲ ਮੈਂ ਤੈਨੂੰ ਮਾਫ਼ ਕਰ ਦਿਆਂਗਾ। ਰੋਬਰਟ ਫਰਾਸਟ ਦੇ 75ਵੇਂ ਜਨਮ ਦਿਨ ਉੱਤੇ ਅਮਰੀਕਾ ਦੀ ਸੈਨੇਟ ਨੇ ਇੱਕ ਨਵੀਂ ਲੀਹ ਪਾਈ ਤੇ ਰਾਜਨੀਤੀ ਨੂੰ ਇੱਕ ਪਾਸੇ ਰੱਖ ਸਰਬਸੰਮਤੀ ਨਾਲ ਉਹਨੂੰ ਸਨਮਾਨਿਆ। ਰੋਬਰਟ ਫਰਾਸਟ ਦੀ ਕਵਿਤਾ ਨੇ ਅਮਰੀਕਾ ਦੇ ਲੋਕਾਂ ਨੂੰ ਜੋ ਕੁਝ ਦਿੱਤਾ, ਉਹ ਹਰ ਉਮਰ ਤੇ ਕਿਰਤ ਦੇ ਲੋਕਾਂ ਨੇ ਮਾਣਿਆ, ਦੁਹਰਾਇਆ, ਵਿਚਾਰਿਆ।
ਉਹਦੀਆਂ ਕਵਿਤਾਵਾਂ ਨੇ ਅਮਰੀਕਨ ਵਿਚਾਰਾਂ ਨੂੰ ਹੋਰ ਸਿਆਣਪ ਦਿੱਤੀ ਹੈ, ਹੋਰ ਸੋਚ ਸੁਆਦ। ਪੁਲਿਟਜ਼ਰ ਪ੍ਰਾਈਜ਼, ਅਮਰੀਕਾ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ, ਰਾਬਰਟ ਫਰਾਸਟ ਨੂੰ 4 ਵਾਰੀ ਦਿੱਤਾ ਗਿਆ। ਇੱਕ ਸਧਾਰਨ ਪਰ ਸਿਆਣਾ ਪਾਠਕ ਸਹਿਜੇ ਹੀ ਆਖ ਸਕਦਾ ਹੈ ਕਿ ਉਹਦੀਆਂ ਕਵਿਤਾਵਾਂ 'ਚ ਹਨੇਰਾ ਵੀ ਓਨਾ ਹੀ ਗਾੜਾ ਹੈ ਜਿੰਨਾ ਕਿ ਚਾਨਣ ਭਰਵਾਂ ਹੈ। ਉਹ ਲੋੜੇ ਦੀਆਂ ਕਵਿਤਾਵਾਂ ਹੈ ਕਿਉਂਕਿ ਉਹ ਜ਼ਿੰਦਗੀ ਦੀਆਂ ਉਹਨਾਂ ਡੂੰਘਾਈਆਂ 'ਚੋਂ ਹੈ ਜਿਨ੍ਹਾਂ 'ਚ ਅਸੀਂ ਤਰਬਕੇ ਬਿਨਾਂ ਤੱਕ ਨਹੀਂ ਸਕਦੇ। ਸਿਆਣੇ ਸਮਾਲੋਚਕਾਂ ਨੇ ਰਾਬਰਟ ਫਰਾਸਟ ਨੂੰ ਇੰਝ ਪਛਾਣਿਆ ਸੀ। ਫਰਾਸਟ ਦਾ ਦੇਸ਼ ਇਨਸਾਨੀ ਤਜਰਬੇ ਦਾ, ਇਨਸਾਨੀ ਕਲਪਨਾ ਦਾ ਅਤੇ ਇਨਸਾਨੀ ਵਿਚਾਰਾਂ ਦਾ ਦੇਸ਼ ਹੈ। ਉਹਦੀਆਂ ਕਵਿਤਾਵਾਂ ਨਿੱਜ ਤੋਂ ਸ਼ੁਰੂ ਹੁੰਦੀਆਂ, ਜਿਵੇਂ ਕਿ ਸਭ ਚੰਗੀਆਂ ਕਵਿਤਾਵਾਂ ਨਿੱਜ ਤੋਂ ਹੀ ਸ਼ੁਰੂ ਹੁੰਦੀਆਂ, ਪਰ ਉਹਦੀਆਂ ਕਵਿਤਾਵਾਂ ਸਮੂਹ 'ਤੇ ਜਾ ਕੇ ਮੁੱਕਦੀਆਂ। ਇਹ ਸਿਰਫ ਮਹਾਨ ਰਚਨਾਵਾਂ ਹੀ ਇਸ ਤਰ੍ਹਾਂ ਹੁੰਦੀਆਂ। ਇਹ ਕੁਝ ਤਾਂ ਇਸ ਲਈ ਹੈ ਕਿ ਉਹਦੀ ਸਿਆਣਪ ਉਹਦੀ ਹੱਡੀ ਰਚੀ ਹੋਈ ਚੀਜ਼ ਹੈ ਜੋ ਕਿਸੇ ਵੀ ਬਾਹਰਲੇ ਹਾਲਾਤ ਹੇਠ ਦਬਾਈ ਨਹੀਂ ਜਾ ਸਕਦੀ। ਕੁਝ ਇਸ ਲਈ ਕਿਉਂਕਿ ਉਹਦੀ ਵਿੱਦਿਆ ਕੋਲ ਯੂਨਾਨੀ, ਇਜ਼ਰਾਈਲੀ, ਅਜੋਕੀ, ਯੂਰਪੀ ਅਤੇ ਪੂਰਬੀ ਵਿਚਾਰਾਂ ਦੀ ਪੱਕੀ ਜ਼ਮੀਨ ਹੈ ਜੋ ਕਿ ਕਿਸੇ ਵੀ ਸਮੇਂ ਤਗੜਾ ਹੁਨਰ ਪੈਦਾ ਕਰ ਸਕਦੀ ਹੈ। ਫਰਾਸਟ ਦੀ ਰਚਨਾ ਉਸ ਇਨਸਾਨ ਦੀ ਰਚਨਾ ਹੈ ਜਿਹਨੇ ਕਦੇ ਵੀ ਨਾ ਆਪੇ ਦੀ ਖੋਜ ਬੰਦ ਕੀਤੀ ਨਾ ਦੁਨੀਆ ਦੀ। ਉਹ ਆਪਣੇ ਜਜ਼ਬਿਆਂ ਉੱਤੇ ਵਿਸ਼ਵਾਸ ਕਰਦਾ, ਆਪਣੇ ਸ਼ੰਕਿਆਂ ਉੱਤੇ, ਆਪਣੇ ਭਰੋਸਿਆਂ ਉੱਤੇ ਅਤੇ ਆਪਣੀ ਅਸਲੋਂ ਆਪਣੀ ਧੜਕਣ ਉੱਤੇ। ਮੈਂ ਸੋਚਦੀ ਹਾਂ ਕਿ ਇੱਕ ਡੂੰਘੀ ਤ੍ਰੇਹ ਨਾਲ ਰਾਬਰਟ ਫਰਾਸਟ ਨੇ ਹਮੇਸ਼ਾ ਜ਼ਿੰਦਗੀ ਦੇ ਕੌੜੇ ਅਤੇ ਚੰਗੇ ਤਜਰਬੇ ਨੂੰ ਪਹਿਲਾਂ ਘੁੱਟ-ਘੁੱਟ ਕਰਕੇ ਪੀਤਾ, ਆਪਣੇ ਖੂਨ 'ਚ ਰਚਾਇਆ ਅਤੇ ਫਿਰ ਪੂਰੇ ਈਮਾਨ ਨਾਲ ਕਾਗਜ਼ ਉੱਤੇ ਅੱਖਰਾਂ ਦੀ ਸ਼ਕਲ 'ਚ ਉਤਾਰ ਦਿੱਤਾ। ਹਾਦਸਿਆਂ ਦੀ ਸ਼ਕਲ 'ਚ ਉਹਨੇ ਜੋ ਕੁਝ ਇਸ ਦੁਨੀਆ ਕੋਲੋਂ ਪਾਇਆ, ਗੀਤਾਂ ਦੀ ਸ਼ਕਲ 'ਚ ਇਸ ਦੁਨੀਆ ਨੂੰ ਵਾਪਸ ਦੇ ਦਿੱਤਾ। ਰਾਬਰਟ ਫਰਾਸਟ ਨੂੰ ਜ਼ਿੰਦਗੀ ਨੇ ਸਿਰਫ 88 ਵਰ੍ਹੇ ਦਿੱਤੇ, ਪਰ ਉਹਨੇ ਜ਼ਿੰਦਗੀ ਨੂੰ ਸਦੀਆਂ ਲੰਮੀ ਉਮਰ ਵਾਲੀ ਰਚਨਾ ਦਿੱਤੀ। ਧੰਨਵਾਦ।